सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे ब्रिटेन च तुहाडा स्वागत। खबरां दे ब्रिटेन दे स्पॉन्सर रियल एस्टेट ब्रोकर मोहन चीमा। रियल एस्टेट दी दुनिया च मन्ने प्रमन्ने नाम पेश नहीं, पहलां चुणवीआं खबरां। अमेरिका दक्षिणी सरहद ते मार्च विच फड़े गए 2 लाख तो वध प्रवासी, टुੱਟਿਆ रिकॉर्ड। यूएई ने नवी वीज़ा ते निवास योजना दा कीता ऐलान, भारतीयां नूं होवेगा फायदा। ट्रकां ते किश्तियां राहीं यूके पहुंच के शरण मंगण वालियां नूं रवांडा देश भेजण दीआं ਤਿਆਰੀਆਂ ਮੁਕੰਮਲ। ਦਿੱਲੀ ਜਾ ਰਹੀ ਫਲਾਈਟ ਵਿੱਚ ਬੰਬ ਦੀ ਅਫਵਾਹ, ਫੋਨ ਕਾਲ ਨੇ श्रीनगर 에ਅਰਪੋਰਟ ਤੇ ਪਾਈਆਂ ਭਾਜੜਾਂ। ਵਾਈਟ ਹਾਊਸ ਵਿੱਚ ਮਨਾਇਆ ਗਿਆ ਈਸਟਰ ਦਾ ਤਿਉਹਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। अमेरिकी इमीग्रेशन इनफोर्समेंट ने 22 साल के महीनावार रिकॉर्ड ਨੂੰ ਤੋੜਦੇ ਹੋਏ ਮਾਰਚ ਵਿੱਚ ਦੱਖਣੀ ਸਰਹੱਦ ਤੇ 2,21,000 ਤੋਂ ਵੱਧ ਪ੍ਰਵਾਸੀਆਂ ਨੂੰ ਫੜਿਆ। यूएस ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇਹ ਜਾਣਕਾਰੀ ਦਿੱਤੀ। ਸੀਬੀਪੀ ਨੇ ਸੋਮਵਾਰ ਨੂੰ ਦੱਸਿਆ ਕਿ ਮਾਰਚ ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਤੇ 2,21,303 ਪ੍ਰਵਾਸੀ ਫੜੇ ਗਏ। ਇਸ ਤੋਂ ਪਹਿਲਾਂ ਮਾਰਚ 2000 ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 2,20,063 ਪ੍ਰਵਾਸੀਆਂ ਨੂੰ ਫੜਿਆ ਗਿਆ ਸੀ। ਸੀਬੀਪੀ ਦੇ ਅੰਕੜਿਆਂ ਦੇ ਅਨੁਸਾਰ ਮਾਰਚ ਵਿੱਚ ਫੜੇ ਗਏ ਜ਼ਿਆਦਾਤਰ ਪ੍ਰਵਾਸੀ ਮੈਕਸੀਕੋ ਅਤੇ ਹੋਰ ਦੇਸ਼ਾਂ ਦੇ ਅਣਵਿਆਹੇ ਬਾਲਗ ਸਨ। ਸੀਬੀਪੀ ਨੇ ਦੱਸਿਆ ਕਿ ਅਕਤੂਬਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੀ ਦੱਖਣੀ ਸਰਹੱਦ ਤੇ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਾਹਮਣਾ ਕੀਤਾ ਗਿਆ ਹੈ। ਬਾਈਡਨ ਪ੍ਰਸ਼ਾਸਨ 23 ਮਈ ਨੂੰ ਕੋਰੋਨਾ ਵਾਇਰਸ ਸੰਬੰਧਤ ਟਾਈਟਲ 42 ਸਿਹਤ ਨੀਤੀ ਨੂੰ ਖਤਮ ਕਰ ਸਕਦਾ ਹੈ। ਇਹ ਟਰੰਪ ਦੇ ਕਾਰਜਕਾਲ ਦੀ ਨੀਤੀ ਹੈ ਜਿਸ ਨੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਅਮਰੀਕਾ ਦੀ ਦੱਖਣੀ ਸਰਹੱਦ ਤੇ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਨੂੰ ਤੁਰੰਤ ਵਾਪਸ ਮੋੜ ਦੇਣ। यूएई ने एक नवी उदारीकरण वाली प्रवेश ਅਤੇ ਨਿਵਾਸ योजना अपनाई है जिस ਵਿੱਚ ਨਵੀਆਂ ਸ਼੍ਰੇਣੀਆਂ ਸ਼ਾਮਲ ਨੇ ਤੇ ਲਾਭਪਾਤਰੀਆਂ ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ। ਇਸ ਪਹਿਲ ਕਦਮੀ ਦਾ ਉਦੇਸ਼ ਸੈਰ ਸਪਾਟਾ, ਆਰਥਿਕ ਅਤੇ ਵਿਦਿਅਕ ਖੇਤਰ ਵਿੱਚ ਦੇਸ਼ ਨੂੰ ਸਮਰਥਨ ਦੇਣਾ ਹੈ। यूएई ਦੀ ਇਸ ਯੋਜਨਾ ਨਾਲ ਭਾਰਤੀਆਂ ਨੂੰ ਵੱਡੇ ਪੱਧਰ ਤੇ ਲਾਭ ਹੋ ਸਕਦਾ ਹੈ। ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਅਤੇ ਬਰਕਰਾਰ ਰੱਖਣ ਦੇ ਉਦੇਸ਼ ਨਾਲ यूएई ਨੇ ਨਵੀਂ ਐਂਟਰੀ ਅਤੇ ਨਿਵਾਸ ਯੋਜਨਾ ਦੇ ਹਿੱਸੇ ਵਜੋਂ ਗੋਲਡਨ ਰੈਜ਼ੀਡੈਂਸ ਨਿਯਮਾਂ ਨੂੰ ਅਪਡੇਟ ਕੀਤਾ। 10 ਸਾਲਾਂ ਦੇ ਨਿਵਾਉਣਯੋਗ ਨਿਵਾਸ ਸਮੇਤ ਹੋਰ ਲਾਭਾਂ ਦੀ ਪੇਸ਼ਕਸ਼ ਕਰਨ ਲਈ ਲਾਭਪਾਤਰੀਆਂ ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ। ਨਵੀਂ ਇੰਦਰਾਜ਼ ਅਤੇ ਨਿਵਾਸ ਯੋਜਨਾ ਸਰਲ ਲੋੜਾਂ ਅਤੇ ਹੋਰ ਲਾਭਾਂ ਦੇ ਨਾਲ 10 ਕਿਸਮਾਂ ਦੇ ਪ੍ਰਵੇਸ਼ ਵੀਜ਼ੇ ਦੀ ਪੇਸ਼ਕਸ਼ ਵੀ ਕਰਦੀ ਹੈ। ਨਵੇਂ ਵੀਜ਼ਾ ਲਈ ਕਿਸੇ ਹੋਸਟ ਜਾਂ ਸਪਾਂਸਰ ਦੀ ਲੋੜ ਨਹੀਂ ਹੈ। ਇਹ ਵਧੇਰੇ ਲਚਕਤਾ, ਬਹੁ ਪ੍ਰਵੇਸ਼, 60 ਦਿਨ ਦੀ ਵੈਧਤਾ ਅਤੇ ਐਪਲੀਕੇਸ਼ਨਾਂ ਲਈ ਇੱਕ ਯੂਨਾਈਟਿਡ ਪਲੇਟਫਾਰਮ ਦੀ ਪੇਸ਼ਕਸ਼ ਕਰਦਾ ਹੈ। ਨਿਵਾਸ ਵੀਜ਼ਾ ਅਤੇ ਪ੍ਰਵੇਸ਼ ਪਰਮਿਟ ਲਈ ਨਵੀਂ ਪ੍ਰਣਾਲੀ ਨਿਵੇਸ਼ਕਾਂ, ਹੁਨਰਮੰਦ ਕਰਮਚਾਰੀਆਂ, ਸਵੈ ਰੋਜ਼ਗਾਰ ਵਾਲੇ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਨਿਵਾਸ ਪਰਮਿਟ ਦੀਆਂ ਨਵੀਆਂ ਕਿਸਮਾਂ ਦੀ ਪੇਸ਼ਕਸ਼ ਕਰਦੀ ਹੈ। ਨਵੀਆਂ ਵੀਜ਼ਾ ਕਿਸਮਾਂ ਹਰੇਕ ਸ਼੍ਰੇਣੀ ਨੂੰ ਅਨੁਕੂਲਿਤ ਲਾਭ ਪ੍ਰਦਾਨ ਕਰਦੀਆਂ ਨੇ। यूके सरकार वालों शरणार्थियों ਨੂੰ ਰਵਾਂਡਾ ਭੇਜੇ ਜਾਣ ਦੀ ਸਖਤ ਆਲੋਚਨਾ ਹੋ ਰਹੀ ਹੈ। ਇੱਕ ਐਂਗਲੀਕਨ ਚਰਚ ਦੇ ਨੇਤਾ ਨੇ ਸ਼ਰਨਾਰਥੀਆਂ ਨੂੰ ਰਵਾਂਡਾ ਭੇਜਣ ਦੀ ਬ੍ਰਿਟਿਸ਼ ਸਰਕਾਰ ਦੀ ਯੋਜਨਾ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼ਰਨਾਰਥੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਕਿਸੇ ਹੋਰ ਦੇ ਮੁੱਢ ਤੇ ਪਾਉਣਾ ਰੱਬ ਦੀਆਂ ਨਜ਼ਰਾਂ ਵਿੱਚ ਸਹੀ ਨਹੀਂ ਹੋਏਗਾ। ਕੈਂਟਬਰੀ ਦੇ ਆਰਚ ਬਿਸ਼ਪ ਜਸਟਿਨ ਬੈਲਬੀ ਨੇ ਆਪਣੇ ਈਸਟਰ ਦੇ ਸੰਬੋਧਨ ਵਿੱਚ ਇੱਕ ਅਸਧਾਰਨ ਤੌਰ ਤੇ ਸਿੱਧੀ ਰਾਜਨੀਤਿਕ ਦਖਲਅੰਦਾਜ਼ੀ ਕਰਦਿਆਂ ਕਿਹਾ ਕਿ ਵਿਦੇਸ਼ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਭੇਜਣਾ ਗੰਭੀਰ ਨੈਤਿਕ ਸਵਾਲ ਖੜਾ ਕਰਦਾ ਹੈ। ਰਵਾਂਡਾ ਵਰਗੇ ਦੇਸ਼ ਤੇ ਸਾਡੀਆਂ ਜ਼ਿੰਮੇਵਾਰੀਆਂ ਥੋਪਣਾ ਕੁਦਰਤ ਦੇ ਵਿਰੁੱਧ ਹੈ। ਬ੍ਰਿਟੇਨ ਅਤੇ ਰਵਾਂਡਾ ਨੇ ਵੀਰਵਾਰ ਨੂੰ ਇੱਕ ਸਮਝੌਤਾ ਹੋਣ ਦਾ ਐਲਾਨ ਕੀਤਾ ਹੈ ਕਿ ਜਿਸ ਦੇ ਤਹਿਤ ਟਰੱਕਾਂ ਅਤੇ ਛੋਟੀਆਂ ਕਿਸ਼ਤੀਆਂ ਰਾਹੀਂ यूके ਪਹੁੰਚ ਕੇ ਸ਼ਰਨ ਮੰਗਣ ਵਾਲੇ ਲੋਕਾਂ ਨੂੰ 6,400 ਕਿਲੋਮੀਟਰ ਦੂਰ ਪੂਰਬੀ ਅਫਰੀਕੀ ਦੇਸ਼ ਭੇਜਿਆ ਜਾਏਗਾ ਜਿੱਥੇ ਉਹਨਾਂ ਦੇ ਸ਼ਰਨਾਰਥੀਆਂ ਦੇ ਦਾਅਵੇ ਤੇ ਕਾਰਵਾਈ ਕੀਤੀ ਜਾਏਗੀ। ਜੇਕਰ ਉਹ ਸਫਲ ਹੁੰਦੇ ਨੇ ਤਾਂ ਉਹਨਾਂ ਨੂੰ ਉੱਥੇ ਰਹਿਣ ਦੀ ਆਗਿਆ ਦਿੱਤੀ ਜਾਏਗੀ। यूके ਸਰਕਾਰ ਰਵਾਂਡਾ 'ਚ ਉਕਤ ਕਾਰਜ ਲਈ ਸ਼ੁਰੂਆਤੀ ਸਮੇਂ 'ਚ 120 ਮਿਲੀਅਨ ਪਾਉਂਡ ਦਾ ਨਿਵੇਸ਼ ਕਰ ਰਹੀ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਉਹਨਾਂ ਕੋਲ ਇਸ ਦਾ ਕੋਈ ਹੋਰ ਬਦਲ ਨਹੀਂ ਸੀ। ਸਰਕਾਰ ਦੇ ਉਕਤ ਫੈਸਲੇ ਦਾ 160 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਤੇ ਮੁਹਿੰਮੀ ਕਾਰਜ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। श्रीनगर तो दिल्ली ਲਈ ਰਵਾਨਾ ਹੋਣ ਵਾਲੀ ਇੱਕ ਗੋ 에ਅਰ ਦੀ ਫਲਾਈਟ ਵਿੱਚ ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ 에ਅਰਪੋਰਟ ਤੇ ਭਾਜੜਾਂ ਪੈ ਗਈਆਂ ਤੇ ਫਲਾਈਟ ਨੂੰ ਰੁਕਵਾ ਦਿੱਤਾ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋ 에ਅਰ ਕੰਪਨੀ ਦੀ ਇਹ ਫਲਾਈਟ ਸ਼੍ਰੀਨਗਰ ਤੋਂ ਦਿੱਲੀ ਲਈ ਰਵਾਨਾ ਹੋਣੀ ਸੀ। 에ਅਰਲਾਈਨਸ ਦੇ ਮੈਨੇਜਰ ਨੂੰ ਇੱਕ ਫੋਨ ਆਇਆ ਸੀ ਕਿ ਜਹਾਜ਼ ਅੰਦਰ ਬੰਬ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਸੰਬੰਧਿਤ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਗਈ। ਫਲਾਈਟ ਰਵਾਨਾ ਹੋਣ ਲਈ ਤਿਆਰ ਸੀ। ਇਸ ਤੋਂ ਬਾਅਦ ਇਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਪਰ ਇਸ ਵਿੱਚ
ਕੁਝ ਨਹੀਂ ਮਿਲਿਆ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਜਹਾਜ਼ ਦੀ ਡੂੰਘਾਈ ਨਾਲ ਤਲਾਸ਼ੀ ਦੌਰਾਨ ਕੁਝ ਵੀ ਨਾ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਗੋ 에ਅਰ ਦੀ ਫਲਾਈਟ ਦਿੱਲੀ ਪਰਤਣ ਵਾਲੀ ਸੀ, ਪਰ ਫੋਨ ਕਾਲ ਮਿਲਣ ਤੋਂ ਬਾਅਦ ਇਸ ਨੂੰ ਸ੍ਰੀਨਗਰ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਪ੍ਰਾਈਵੇਟ 에ਅਰਲਾਈਨ ਦੇ ਮੈਨੇਜਰ ਨੂੰ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲ ਦਿੱਲੀ ਤੋਂ ਕੀਤੀ ਗਈ ਸੀ ਅਤੇ ਉਦੋਂ ਤੋਂ ਉਹ ਨੰਬਰ ਬੰਦ ਹੈ। ਕੁਮਾਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 에ਅਰਪੋਰਟ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਮਗਰੋਂ ਵਾਈਟ ਹਾਊਸ ਵਿੱਚ ਮੁੜ ਈਸਟਰ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ। ਅਸਮਾਨ ਤੇ ਬੱਦਲਵਾਈ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੀ ਪਤਨੀ ਜਿਲ ਵਾਈਟ ਹਾਊਸ ਦੇ ਦੱਖਣੀ ਲਾਨ ਵਿੱਚ 30,000 ਬੱਚਿਆਂ ਤੇ ਬਾਲਗਾਂ ਦੀ ਮੇਜ਼ਬਾਨੀ ਕੀਤੀ। ਪ੍ਰਥਮ ਮਹਿਲਾ ਜਿਲ ਬਾਈਡਨ ਨੇ ਟਵੀਟ ਕਰਕੇ ਕਿਹਾ ਕਿ ਇਹ ਜਾਦੂਮਈ ਅਤੇ ਐਕੋਕੇਸ਼ਨ ਨਾਲ ਭਰਿਆ ਦਿਨ ਸੀ। ਦੱਸਦੀ ਹੈ ਕਿ ਕੋਵਿਡ-19 ਮਹਾਮਾਰੀ ਕਰਕੇ ਸਾਲ 2020 ਤੇ 2021 ਦੌਰਾਨ ਐਗ ਰੋਲ ਦੇ ਸਮਾਗਮ ਨੂੰ ਰੱਦ ਕਰਨਾ ਪਿਆ ਸੀ, ਪਰ ਇਸ ਸਾਲ ਐਗ ਰੋਲ ਵਾਪਸ ਆਇਆ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਕੇਸਾਂ ਤੇ ਇਸ ਕਰਕੇ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਆਈ ਹੈ। ਐਗ ਰੋਲ ਤੇ ਐਗ ਹੰਟ ਤੋਂ ਇਲਾਵਾ ਸਕੂਲ ਹਾਊਸ ਸਰਗਰਮੀਆਂ, ਰੀਡਿੰਗ ਨੁੱਕ, ਟੈਲੈਂਟ ਸ਼ੋ, ਫੋਟੋ ਟੇਕਿੰਗ ਸਟੇਸ਼ਨ, ਫਿਜ਼ੀਕਲ ਐਜੂਕੇਸ਼ਨ ਜ਼ੋਨ ਤੇ ਕੈਫੇਟਰੀਅਮ ਖਿੱਚ ਦਾ ਕੇਂਦਰ ਰਹੇ ਤੇ ਬੱਚਿਆਂ ਨੇ ਇਹਨਾਂ ਦਾ ਪੂਰਾ ਆਨੰਦ ਲਿਆ। ਸਮਾਗਮ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਇਆ। ਬੱਚੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਵਾਈਟ ਹਾਊਸ ਦੇ ਗੇਟ ਰਾਹੀਂ ਦਾਖਲ ਹੋਏ। ਵਾਈਟ ਹਾਊਸ ਦਾ ਈਸਟਰ ਐਗ ਰੋਲ 1878 ਸਾਲ ਪੁਰਾਣਾ ਹੈ। ਯੂਕਰੇਨ ਲਈ ਮਜ਼ਬੂਤ ਸਮਰਥਨ ਹਾਸਲ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਸਮੂਹ ਜਰਮਨੀ, ਪੋਲੈਂਡ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰੇਗਾ। ਅਮਰੀਕੀ ਅਖਬਾਰ ਦਾ ਹਿਲ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਅਖਬਾਰ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿੱਚ ਅਮਰੀਕੀ ਸੰਸਦ ਮੈਂਬਰਾਂ ਦੇ ਸਾਂਝੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਫਦ ਪੋਲੈਂਡ, ਸੰਯੁਕਤ ਅਰਬ ਅਮੀਰਾਤ, ਭਾਰਤ, ਨੇਪਾਲ ਅਤੇ ਜਰਮਨੀ ਦੇ ਕਈ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕਰੇਗਾ ਤਾਂ ਜੋ ਵੱਧ ਰਹੇ ਗਲੋਬਲ ਤਣਾਅ ਦੇ ਇਸ ਦੌਰ ਵਿੱਚ ਆਪਸੀ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਅਮਰੀਕੀ ਸੰਸਦ ਮੈਂਬਰ ਮਾਰਕ ਕੈਲੀ ਨੇ ਐਤਵਾਰ ਸ਼ਾਮ ਨੂੰ ਅਖਬਾਰ ਨੂੰ ਇੱਕ ਈਮੇਲ ਭੇਜ ਕੇ ਵਫਦ ਦੇ ਆਉਣ ਵਾਲੇ 9 ਦਿਨਾਂ ਦੌਰੇ ਦੀ ਘੋਸ਼ਣਾ ਕੀਤੀ। ਅਮਰੀਕੀ ਸੰਸਦ ਮੈਂਬਰਾਂ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਇਸ ਮਜ਼ਬੂਤ ਕਾਂਗਰਸ ਦੇ ਵਫਦ ਨੂੰ ਪੋਲੈਂਡ ਵਿੱਚ ਅਮਰੀਕੀ ਫੌਜੀ ਲੀਡਰਸ਼ਿਪ ਅਤੇ ਸੈਨਿਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਮਰੀਕਾ ਯੂਕਰੇਨ ਅਤੇ ਸਾਡੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦੇ ਸਹਿਯੋਗੀਆਂ ਦਾ ਸਮਰਥਨ ਕਿਵੇਂ ਜਾਰੀ ਰੱਖ ਸਕਦਾ ਹੈ। ਅਖਬਾਰ ਦੇ ਅਨੁਸਾਰ ਜਰਮਨੀ, ਪੋਲੈਂਡ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਰੂਸ ਨੂੰ ਅਲੱਗ-ਥਲੱਗ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਯਤਨਾਂ ਵਿੱਚ ਸਹਿਯੋਗ ਕਰਨ ਵਿੱਚ ਕਾਫੀ ਸਰਗਰਮ ਨਹੀਂ ਹਨ। ਜ਼ਿਕਰਯੋਗ ਹੈ ਕਿ ਰੂਸ 24 ਫਰਵਰੀ ਤੋਂ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਮੁਹਿੰਮ ਚਲਾ ਰਿਹਾ ਹੈ। ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲਾਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿੱਚ ਗੋਲਾਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 3 ਨਾਬਾਲਗ ਜ਼ਖਮੀ ਹੋ ਗਏ ਨੇ। ਦੱਖਣੀ ਪੂਰਬੀ 162 ਐਵਨਿਊ ਦੇ 500 ਬਲਾਕ ਵਿੱਚ ਗੋਲਾਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਈਸਟ ਪ੍ਰਿੰਸਕਿਟ ਦੇ ਅਧਿਕਾਰੀਆਂ ਨੇ ਐਤਵਾਰ ਰਾਤ 8:43 ਤੇ ਟੀਮ ਨੂੰ ਰਵਾਨਾ ਕੀਤਾ ਗਿਆ। ਪੁਲਿਸ ਨੇ ਐਤਵਾਰ ਸ਼ਾਮ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਇੱਕ ਮ੍ਰਿਤਕ ਵਿਅਕਤੀ ਤੇ 3 ਨਾਬਾਲਗ ਲੜਕਿਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਦੇਖਿਆ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ 3 ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਗੋਲਾਬਾਰੀ ਦੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਅਮਰੀਕਾ 'ਚ ਗੋਲਾਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਨਾਲ ਦੇ ਨਾਲ ਅਮਰੀਕਾ ਤੇ ਕੈਨੇਡਾ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਗੋਲਾਬਾਰੀ ਦੀਆਂ ਇੱਕ ਮਗਰੋਂ ਇੱਕ ਵਾਰਦਾਤਾਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੈਨਸਿਲਵੇਨੀਆ ਸੂਬੇ ਦੇ ਪਿਟਸਬਰਗ ਵਿਖੇ ਇੱਕ ਪਾਰਟੀ ਦੌਰਾਨ ਅਚਾਨਕ ਗੋਲੀਆਂ ਚੱਲੀਆਂ ਅਤੇ 2 ਨਾਬਾਲਗਾਂ ਦੀ ਮੌਤ ਹੋ ਗਈ ਸੀ ਜਦਕਿ 31 ਹੋਰ ਜ਼ਖਮੀ ਹੋਏ ਸੀ। ਸਾਊਥ ਕੈਰੋਲੀਨਾ ਦੇ ਮਾਲ ਵਿੱਚ ਗੋਲਾਬਾਰੀ ਮਗਰੋਂ ਐਤਵਾਰ ਨੂੰ 2 ਥਾਵਾਂ ਤੇ ਗੋਲੀਆਂ ਚੱਲਣ ਦੀ ਰਿਪੋਰਟ ਆਈ ਸੀ। ਇਸੇ ਦੌਰਾਨ ਟੋਰਾਂਟੋ ਵਿਖੇ ਰਮਜ਼ਾਨ ਦੀ ਨਮਾਜ਼ ਪੜ੍ਹ ਕੇ ਆ ਰਹੇ 5 ਮੁਸਲਮਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਸੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੋਲਾਬਾਰੀ ਦੀ ਵਾਰਦਾਤ ਮਾਰਖਮ ਰੋਡ ਅਤੇ ਲਾਰੈਂਸ ਐਵਨਿਊ ਈਸਟ ਇਲਾਕੇ ਵਿੱਚ ਸੀਡਰ ਹਾਈਟਸ ਪਲਾਜ਼ਾ ਦੇ ਪਾਰਕਿੰਗ ਲਾਟ ਵਿੱਚ ਹੋਈ। ਅਮਰੀਕਾ ਤੋਂ ਕੈਨੇਡਾ 'ਚ ਟਰੱਕਾਂ ਰਾਹੀਂ ਨਸ਼ਾ ਤਸਕਰੀ ਕਰਨ ਦੇ ਚਰਚਿਤ ਰਹਿੰਦੇ ਕੇਸਾਂ 'ਚੋਂ ਇੱਕ ਦਾ ਫੈਸਲਾ ਬੀਤੇ ਦਿਨ ਓਨਟਾਰੀਓ 'ਚ ਵਿੰਡਸਰ ਵਿਖੇ ਅਦਾਲਤ ਵੱਲੋਂ ਕੀਤਾ ਗਿਆ, ਜਿਸ ਵਿੱਚ ਜੱਜ ਵੱਲੋਂ ਗੋਲਫ ਵਾਸੀ ਪ੍ਰੀਤ ਗਿੱਲ ਨੂੰ ਸਤੰਬਰ 2017 ਵਿੱਚ ਕੈਲੀਫੋਰਨੀਆ ਤੋਂ ਵਾਪਸ ਕੈਨੇਡਾ 'ਚ ਟਰੱਕ ਲੈ ਕੇ ਦਾਖਲ ਹੋਣ ਸਮੇਂ 25 ਕਿਲੋ ਕੋਕੀਨ ਤਸਕਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਟਰੱਕ ਡਰਾਈਵਰਾਂ ਦੀ ਲਾਗ ਬੁੱਕ ਦੇ ਰਿਕਾਰਡ ਦੇ ਆਧਾਰ ਤੇ ਜੱਜ ਨੇ ਪ੍ਰੀਤ ਗਿੱਲ ਨੂੰ ਇਹ ਆਖ ਕੇ ਦੋਸ਼ੀ ਮੰਨਿਆ ਕਿ ਉਸਨੇ ਰਾਹ ਵਿੱਚ 3 ਵਾਰੀ ਟਰੱਕ ਰੋਕਿਆ ਸੀ, ਪਰ
ਲੌਗ ਬੁੱਕ ਵੇਰਵਾ ਦਰਜ ਨਾ ਕੀਤਾ ਤੇ ਰਾਹ ਵਿੱਚ ਚਾਹ ਪੱਤੀਆਂ ਤੇ ਹੋਰ ਸਮਾਨ ਨਾਲ ਭਰਿਆ ਟਰੱਕ ਰੋਕ ਕੇ ਕੋਕੀਨ ਟਰੱਕ ਵਿੱਚ ਰੱਖੀ ਗਈ। ਦੋਸ਼ੀ ਦਾ ਬਰੈਂਪਟਨ ਵਾਸੀ ਸਾਥੀ ਡਰਾਈਵਰ ਇਸ ਕੇਸ 'ਚੋਂ ਬਰੀ ਕਰ ਦਿੱਤਾ ਗਿਆ ਕਿਉਂਕਿ ਜੱਜ ਨੇ ਮੰਨਿਆ ਕਿ ਉਸ ਨੂੰ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਸ ਦਾ ਟਰੱਕ ਉੱਪਰ ਕੰਟਰੋਲ ਸੀ। ਇਸੇ ਤਰ੍ਹਾਂ ਬੀਤੇ ਦਿਨ ਅਮਰੀਕਾ ਤੋਂ ਕੈਨੇਡਾ 'ਚ ਟਰੱਕ ਰਾਹੀਂ 85 ਕਿਲੋ ਕੋਕੀਨ ਤਸਕਰੀ ਕਰਨ ਦੇ ਦੋਸ਼ ਵਿੱਚ ਕੈਲੀਫੋਰਨੀਆ ਵਾਸੀ ਡਰਾਈਵਰ ਗੁਰਮਿੰਦਰ ਸਿੰਘ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਅਲਬਰਟਾ 'ਚ ਕ੍ਰਾਈਮ ਵਾਰਦਾਤ ਅਤੇ 9 ਸਾਲ ਦੀ ਕੈਦ ਹੋਈ ਹੈ। ਇੰਗਲੈਂਡ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਸੰਬੰਧੀ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਟਵਿੱਟਰ ਯੁੱਧ ਛਿੜ ਗਿਆ। ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਤਨਮਨਜੀਤ ਸਿੰਘ ਢੇਸੀ ਨੂੰ ਖਾਲਿਸਤਾਨ ਪੱਖੀ ਦੱਸਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਭਾਜਪਾ ਆਗੂ ਸ੍ਰੀ ਢੇਸੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬੀਤੇ ਦਿਨ ਹੋਈ ਮੀਟਿੰਗ ਨੂੰ ਵੀ ਸੋਸ਼ਲ ਮੀਡੀਆ ਤੇ ਉਛਾਲ ਰਹੇ ਨੇ। ਭਾਜਪਾ ਆਗੂ ਆਲੋਚਨਾ ਕਰ ਰਹੇ ਨੇ ਕਿ ਮੁੱਖ ਮੰਤਰੀ ਵੱਖਵਾਦੀ ਤੇ ਭਾਰਤ ਵਿਰੋਧੀ ਵਿਚਾਰਧਾਰਾ ਵਾਲੇ ਆਗੂ ਢੇਸੀ ਨਾਲ ਮੀਟਿੰਗ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ, ਮਲਵਿੰਦਰ ਸਿੰਘ ਕੰਗ ਤੇ ਅੰਮ੍ਰਿਤਸਰ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਭਾਜਪਾ ਤੇ ਪਲਟਵਾਰ ਕਰਦਿਆਂ ਦੋ ਕੇਂਦਰੀ ਮੰਤਰੀਆਂ ਨਾਲ ਤਨਮਨਜੀਤ ਸਿੰਘ ਢੇਸੀ ਦੀਆਂ ਫੋਟੋ ਸੋਸ਼ਲ ਮੀਡੀਆ ਤੇ ਜਾਰੀ ਕੀਤੀਆਂ। ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਢੇਸੀ ਦੇ ਮਾਮਲੇ ਵਿੱਚ ਭਾਜਪਾ ਦੋਹਰੇ ਮਾਪਦੰਡ ਅਪਣਾ ਰਹੀ ਹੈ। ਆਪ ਦੇ ਆਗੂਆਂ ਨੇ ਢੇਸੀ ਨਾਲ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਵਿਜੇ ਸਾਂਪਲਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ। ਭਾਜਪਾ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਪਰਵਾਹ ਕੀਤੇ ਬਿਨਾਂ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਜਲੰਧਰ ਵਿਚਲੇ ਪਿੰਡ ਰਾਏਪੁਰ ਫਰਾਲਾ 'ਚ ਖੂਹ ਤੇ ਪਰਿਵਾਰ ਨਾਲ ਦਿਨ ਬਿਤਾਇਆ। ਢੇਸੀ ਦੇ ਨਾਲ ਉਹਨਾਂ ਦੀ ਪਤਨੀ ਤੇ ਦੋਵੇਂ ਪੁੱਤਰ ਵੀ ਸਨ। ਢੇਸੀ ਨੇ ਆਪਣੇ ਬੱਚਿਆਂ ਨੂੰ ਖੇਤੀ ਬਾਰੇ ਜਾਣਕਾਰੀ ਦਿੱਤੀ। ਸੁਨਹਿਰੀ ਹੋਈ ਕਣਕ ਸਣੇ ਉਹਨਾਂ ਨੇ ਖੂਹ ਤੇ ਹੋਰ ਕਈ ਥਾਵਾਂ ਤੇ ਤਸਵੀਰਾਂ ਖਿੱਚੀਆਂ। ਢੇਸੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਲਗਾਤਾਰ ਇਸ ਕਰਕੇ ਲਿਆਉਂਦੇ ਨੇ ਤਾਂ ਕਿ ਉਹ ਆਪਣੀ ਮਿੱਟੀ ਨਾਲ ਜੁੜੇ ਰਹਿਣ। ਇਸ ਵਾਰ ਉਹਨਾਂ ਨੇ ਆਪਣਾ ਦੌਰਾ ਨਿੱਜੀ ਤੌਰ ਤੇ ਰੱਖਿਆ ਹੋਇਆ ਸੀ ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਹੀ ਜ਼ਿਆਦਾ ਸਮਾਂ ਬਤੀਤ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਉਹ 2 ਸਾਲ ਬਾਅਦ ਆਪਣੇ ਪਿੰਡ ਆਏ ਨੇ। ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਜਾਇਦਾਦਾਂ ਸੰਬੰਧੀ ਆਉਂਦੀਆਂ ਮੁਸ਼ਕਲਾਂ ਅਤੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀਆਂ ਉਡਾਣਾਂ ਬਾਰੇ ਚਰਚਾ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਇੰਗਲੈਂਡ ਵਿਚਲੇ ਲੋਕ ਸਭਾ ਹਲਕੇ 'ਚ 35% ਭਾਰਤੀ ਤੇ ਪਾਕਿਸਤਾਨੀ ਲੋਕ ਰਹਿੰਦੇ ਨੇ ਤੇ ਉਹ ਹਮੇਸ਼ਾ ਹੀ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਉਸ ਦੀ ਆਵਾਜ਼ ਬੁਲੰਦ ਕਰਦੇ ਨੇ। ਲਗਾਤਾਰ 2 ਵਾਰ ਚੋਣ ਜਿੱਤੇ ਢੇਸੀ ਨੇ ਹੈਰਾਨੀ ਪ੍ਰਗਟਾਈ ਕਿ ਭਾਜਪਾ ਦੇ ਕੁਝ ਆਗੂਆਂ ਨੇ ਜਾਣ-ਬੁੱਝ ਕੇ ਮੁੱਦਿਆਂ ਨੂੰ ਉਭਾਰ ਕੇ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਸਾਥੀ ਵਿਦਿਆਰਥੀਆਂ ਵੱਲੋਂ ਕੀਤੇ ਹਮਲੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਪੰਜਾਬੀ ਵਿਦਿਆਰਥੀ ਕਰਨਵੀਰ ਸਹੋਤਾ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ। ਜਿੱਥੇ ਕੈਨੇਡਾ 'ਚ ਕਰਨ ਦੀਆਂ 2 ਭੈਣਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਭਰੇ ਮਨ ਨਾਲ ਆਪਣੇ ਦਰਦ ਬਿਆਨ ਕੀਤਾ, ਉੱਥੇ ਪੰਜਾਬ ਵਿੱਚ ਬੈਠੇ ਦਾਦਾ ਦਾਦੀ ਪੁੱਬਾ ਮਾਰ ਕੇ ਰੋ ਰਹੇ ਨੇ। ਮੌਤ ਤੋਂ ਕੁਝ ਦਿਨ ਪਹਿਲਾਂ ਹੀ ਕਰਨ ਨੂੰ 16ਵਾਂ ਸਾਲ ਲੱਗਿਆ ਸੀ ਤੇ ਉਹ ਐਡਮਿੰਟਨ ਦੇ ਮੈਕਨਲੀ ਹਾਈ ਸਕੂਲ ਵਿੱਚ 10ਵੀਂ ਕਲਾਸ 'ਚ ਪੜ੍ਹਦਾ ਸੀ। 8 ਅਪ੍ਰੈਲ ਨੂੰ ਐਡਮਿੰਟਨ ਦੇ ਮੈਕਨਲੀ ਹਾਈ ਸਕੂਲ ਦੇ ਬਾਹਰ ਬੱਸ ਸਟਾਪ ਤੇ ਖੜੇ ਕਰਨਵੀਰ ਤੇ ਉਸਦੇ ਹੀ ਸਕੂਲ ਵਿੱਚ ਪੜ੍ਹਦੇ ਕਈ ਵਿਦਿਆਰਥੀਆਂ ਨੇ ਉਸਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਮਗਰੋਂ ਉਹ ਲਗਭਗ 1 ਹਫ਼ਤਾ ਐਡਮਿੰਟਨ ਦੇ ਹਸਪਤਾਲ ਵਿੱਚ ਦਾਖਲ ਰਿਹਾ, ਜਿੱਥੇ ਬੀਤੇ ਸ਼ਨੀਚਰਵਾਰ ਉਸਨੇ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਦਿੱਤਾ। ਕਰਨ ਤੇ ਹਮਲੇ ਦੀ ਵਜ੍ਹਾ ਸਕੂਲੀ ਵਿਦਿਆਰਥੀ ਦੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਸਾਰੇ ਕਥਿਤ ਕਾਤਲ ਵੀ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਨੇ ਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਭਾਰਤ ਤੋਂ ਸੰਨ 2020 ਵਿੱਚ ਕੈਨੇਡਾ ਪੜ੍ਹਨ ਲਈ ਆਈ ਪੰਜਾਬੀ ਮੂਲ ਦੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਸਮੀਤ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਜਸਮੀਤ ਕੌਰ ਦੇ ਇਸ ਮਹੀਨੇ ਦੇ ਅੰਤ ਵਿੱਚ ਪੜ੍ਹਾਈ ਪੂਰੀ ਹੋ ਜਾਣੀ ਸੀ। ਉਹ ਟੋਰਾਂਟੋ ਦੇ ਜਾਰਜ ਬਰਾਊਨ ਕਾਲਜ ਦੀ ਵਿਦਿਆਰਥਣ ਸੀ। ਜਸਮੀਤ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਬਹੁਤਾ ਕੁਝ ਸਾਹਮਣੇ ਨਹੀਂ ਆਇਆ। ਜਸਮੀਤ ਦਾ ਭਾਰਤ ਤੋਂ ਪਿਛੋਕੜ ਦਿੱਲੀ ਦੇ ਨਾਲ ਸੰਬੰਧਿਤ ਸੀ। ਹੁਣ ਗੱਲ ਕਰਦੇ ਹਾਂ ਦਿਲਜਾਨ ਦੀ। ਕੈਨੇਡਾ ਦੇ ਬਰੈਂਪਟਨ ਵਿਖੇ ਭਾਰਤ ਤੋਂ ਸਿਰਫ 7 ਮਹੀਨੇ ਪਹਿਲਾਂ ਪੜ੍ਹਾਈ ਲਈ ਗਏ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ, ਜਿਨ੍ਹਾਂ ਦੀ ਉਮਰ 20 ਸਾਲ ਦੀ ਮੌਤ ਦੀ ਮੰਦਭਾਗੀ ਖਬਰ ਵੀ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦਿਲਜਾਨ ਬੀਤੀ 14 ਅਪ੍ਰੈਲ ਨੂੰ ਦੁਪਹਿਰ 1:01 ਘਰ ਦੇ ਗੈਰਾਜ ਵਿੱਚ ਮ੍ਰਿਤਕ ਪਾਇਆ ਗਿਆ ਸੀ। ਦਿਲਜਾਨ ਨਾਰਥ ਯਾਰਕ ਦੇ ਹੈਂਸਨ ਕਾਲਜ ਦਾ ਵਿਦਿਆਰਥੀ ਸੀ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੱਖ-ਵੱਖ ਕਾਰਨਾਂ ਕਰਕੇ ਲਗਾਤਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਹੋ ਰਹੀਆਂ ਨੇ। ਹਾਲੇ ਲੰਘੇ ਦਿਨ ਹੀ ਨੋਵਾ ਸਕੋਸ਼ੀਆ ਵਿਖੇ ਪਾਣੀ 'ਚ ਡੁੱਬ ਜਾਣ ਕਾਰਨ ਭਾਰਤ ਤੋਂ ਆਏ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹਰਸ਼ੀਲ ਬਰੌਦ ਦੀ, ਜਿਸ ਦੀ ਉਮਰ 23 ਸਾਲ ਸੀ, ਉਸ ਦੀ ਵੀ ਮੌਤ ਹੋ ਗਈ ਸੀ। यूक्रेन नाल लंबी खिचदी जंग नाल रूस भड़किया पिया है। उसने यूक्रेन ते हमले तेज कर दिते ने ते हुण खबर है कि यूक्रेन विच अपने फौजियां दी गिणती वधाउण लई
ਬੱਚਿਆਂ ਦਾ ਇਸਤੇਮਾਲ ਕਰ ਰਿਹਾ। ਮਨੁੱਖੀ ਅਧਿਕਾਰੀ ਸੰਗਠਨ ਦਾ ਦਾਅਵਾ ਹੈ ਕਿ ਇਸ ਜੰਗ ਵਿੱਚ ਰੂਸੀ ਸੈਨਿਕਾਂ ਦੀ ਵੱਡੀ ਗਿਣਤੀ 'ਚ ਮੌਤਾਂ ਹੋ ਗਈਆਂ ਨੇ। ਅਜਿਹੇ 'ਚ ਰੂਸ ਆਪਣੀ ਕਮੀ ਨੂੰ ਪੂਰਾ ਕਰਨ ਲਈ ਬੱਚਿਆਂ ਦੀ ਭਰਤੀ ਕਰ ਰਿਹਾ। ਇੱਕ ਰਿਪੋਰਟ ਮੁਤਾਬਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਦੋਸ਼ ਲਗਾਇਆ ਕਿ ਰੂਸ 16 ਸਾਲ ਦੇ ਬੱਚਿਆਂ ਨੂੰ ਫੌਜ ਵਿੱਚ ਭਰਤੀ ਕਰ ਰਿਹਾ। ਇੱਕ ਅਧਿਕਾਰੀ ਨੇ ਕਿਹਾ ਕਿ ਕੈਮਲਿਨ ਪੂਰਬੀ ਯੂਕਰੇਨ ਵਿੱਚ ਆਪਣੀ ਫੌਜ ਵਧਾਉਣ ਲਈ ਬੱਚਿਆਂ ਦੀ ਭਰਤੀ ਕਰ ਰਿਹਾ। ਉਸ ਦੀ ਲਗਭਗ 30,000 ਬੱਚਿਆਂ ਨੂੰ ਭਰਤੀ ਕਰਨ ਦੀ ਤਿਆਰੀ ਹੈ, ਕਿਉਂਕਿ ਉਸ ਦੇ ਇੰਨੇ ਹੀ ਸਿਪਾਹੀ ਜੰਗ ਕਰਕੇ ਪ੍ਰਭਾਵਿਤ ਹੋਏ ਨੇ। ਇਸ ਦੇ ਨਾਲ ਹੀ ਯੂਕਰੇਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਫੌਜ ਵਿੱਚ ਭਰਤੀ ਕਰਨਾ ਜਿਨੇਵਾ ਕਨਵੈਨਸ਼ਨ ਦੀ ਉਲੰਘਣਾ ਹੈ। ਯੂਕਰੇਨ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨ ਦਾ ਦੋਸ਼ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਜਲਦੀ ਹੀ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਜਾਏਗਾ। ਟ੍ਰੇਨਿੰਗ ਵਿੱਚ ਉਹਨਾਂ ਨੂੰ ਹਥਿਆਰ ਚਲਾਉਣ ਤੋਂ ਲੈ ਕੇ ਮਿਲਟਰੀ ਅਤੇ ਡਿਫੈਂਸ ਤਕਨੀਕੀ ਤੱਕ ਸਿਖਾਈ ਜਾ ਰਹੀ ਹੈ। ਇਹਨਾਂ ਸੰਗਠਨਾਂ ਨੂੰ ਡਰ ਹੈ ਕਿ ਸ਼ਾਇਦ ਕੁਝ ਬੱਚਿਆਂ ਨੂੰ ਰੂਸ ਨੇ ਪਹਿਲਾਂ ਹੀ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਅਤੇ ਉਹਨਾਂ ਦੀ ਮੌਤ ਹੋ ਗਈ। ਇੱਕ ਰਿਪੋਰਟ ਮੁਤਾਬਕ ਕਈ ਅਜਿਹੇ ਫੌਜੀ ਵੀ ਜੰਗ ਦੇ ਮੈਦਾਨ 'ਚ ਨਜ਼ਰ ਆਏ ਜਿਨ੍ਹਾਂ ਨੂੰ ਜੰਗੀ ਖੇਤਰਾਂ 'ਚ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ ਸੀ। ਦੂਜੇ ਪਾਸੇ ਯੂਕਰੇਨ ਦੀ ਸੰਸਦ ਵਿੱਚ ਮਨੁੱਖੀ ਅਧਿਕਾਰਾਂ ਦੀ ਕਮਿਸ਼ਨਰ ਲਿਊਜਮਿਲਾ ਨੇ ਕਿਹਾ ਕਿ ਬੱਚੇ ਫੌਜੀ ਟ੍ਰੇਨਿੰਗ ਲੈ ਰਹੇ ਨੇ। ਇਸ ਦੌਰਾਨ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਰੂਸ ਫੌਜ ਵਿੱਚ ਬੱਚਿਆਂ ਦੀ ਭਰਤੀ ਨੂੰ ਉਤਸ਼ਾਹਿਤ ਕਰ ਰਿਹਾ, ਜੋ ਕਿ 1949 ਦੇ ਜਨੇਵਾ ਕਨਵੈਨਸ਼ਨ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਦੱਖਣੀ ਅਫਰੀਕਾ ਕਰੋਨਾ ਬਿਮਾਰੀ ਨਾਲ ਉੱਭਰਨਾ ਸ਼ੁਰੂ ਹੀ ਹੋਇਆ ਸੀ ਕਿ ਇੱਥੇ ਇੱਕ ਹੋਰ ਤਬਾਹੀ ਸ਼ੁਰੂ ਹੋ ਗਈ। ਹੁਣ ਦੱਖਣੀ ਅਫਰੀਕਾ ਹੜ੍ਹਾਂ ਦੀ ਲਪੇਟ ਵਿੱਚ ਹੈ। ਕਾਵਾਜ਼ੂਲੂ ਨਤਾਲ ਸੂਬੇ ਅਤੇ ਡਰਬਨ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 443 ਹੋ ਗਈ ਹੈ। ਕਰੀਬ 4000 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। 40,000 ਲੋਕ ਬੇਘਰ ਨੇ ਅਤੇ 13,500 ਘਰ ਨੁਕਸਾਨੇ ਗਏ ਨੇ। ਇਸ ਤੋਂ ਇਲਾਵਾ 58 ਹਸਪਤਾਲਾਂ ਨੂੰ ਵੀ ਨੁਕਸਾਨ ਪੁੱਜਿਆ। ਕੰਪਨੀ ਨੈਟ ਕੇਅਰ 911 ਦੇ ਸ਼ੌਨ ਹਰਬਰਟਸ ਨੇ ਦੱਸਿਆ, ਦੁੱਖ ਦੀ ਗੱਲ ਹੈ ਕਿ ਅਜੇ ਵੀ ਘਰਾਂ ਤੋਂ ਲਾਸ਼ਾਂ ਮਿਲ ਰਹੀਆਂ ਨੇ, ਖਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਲਾਸ਼ਾਂ ਮਿਲ ਰਹੀਆਂ ਨੇ। ਇਸ ਦਿਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰੁਣ ਕੌਰ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲੀ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।